ਕਈ ਸ਼ਰਾਰਤੀ ਲੋਕ ਬਾਹਮਣਾਂ ਨੂੰ ਬਦਨਾਮ ਕਰਨਾ ਚਾਹੁੰਦੇ ਹਨ। ਉਹਨਾਂ ਨੂੰ ਜਦੋਂ ਕੋਈ ਤਰਕ ਨਹੀਂ ਮਿਲਦਾ ਤੇ ਉਹ ਕਬੀਰ ਜੀ ਦਾ ਹਵਾਲਾ ਦਿੰਦੇ ਹਨ। ਕਬੀਰ ਜੀ ਨੇ ਕਿਹਾ ਸੀ, ਜੇ ਤੂੰ ਬਾਹਮਣੀ ਜਾਇਆ, ਆਣ ਬਾਟ ਕਾਹੇ ਨਹੀਂ ਆਇਆ। ਮੈਂ ਉਹਨਾਂ ਮੂਰਖਾਂ ਨੂੰ, ਉਹਨਾਂ ਮਾਰਕਸਵਾਦੀਆਂ ਨੂੰ, ਉਹਨਾਂ ਕਾਮਰੇਡਾਂ ਨੂੰ ਸਮਝਾਉਣਾ ਚਾਹੁੰਦਾ ਹਾਂ ਕਿ ਇਹ ਕੋਈ ਤਰਕ ਨਹੀਂ। ਹੁਣ ਤੁਸੀਂ ਜਾਣਦੇ ਹੋ ਕਿ ਚਾਵਲ ਕਈ ਤਰ੍ਹਾਂ ਦੇ ਹੁੰਦੇ ਹਨ। ਚਾਵਲ ਇੱਕ ਬਾਸਮਤੀ ਚਾਵਲ ਹੈ, ਇੱਕ ਪਰਮਲ ਚਾਵਲ ਹੈ। ਜੇਕਰ ਕੱਲ੍ਹ ਨੂੰ ਪਰਮਲ ਚਾਵਲ ਕਹਿਣ ਲੱਗ ਪਵੇ ਬਾਸਮਤੀ ਚਾਵਲ ਨੂੰ ਕਿ ਤੂੰ ਆਣ ਬਾਟ ਕਿਉਂ ਨਹੀਂ ਆਇਆ, ਮੇਰੇ ਵਾਂਗ ਕਿਉਂ ਜੰਮਿਆ ਹੈ, ਤਾਂ ਕਿੰਨੀ ਮੂਰਖਤਾ ਹੋਵੇਗੀ। ਇਹ ਗੁਣ ਹੈ ਅਨੁਵੰਸ਼ਿਕਤਾ ਦਾ, ਹੈਰੀਡਿਟੀ ਦਾ। ਹੈਰੀਡਿਟੀ ਤੇ ਇਨਵਾਇਰਮੈਂਟ ਦੋ ਚੀਜ਼ਾਂ ਹੁੰਦੀਆਂ ਹਨ ਜਿਹੜੇ ਕਿਸੇ ਵਿਅਕਤੀ ਦੀ ਪਰਸਨੈਲਿਟੀ ਨੂੰ ਪ੍ਰਭਾਵਿਤ ਕਰਦੀਆਂ ਹਨ। ਅੱਜ ਦੇ ਮਨੋਵਿਗਿਆਨਿਕ ਇਸ ਚੀਜ਼ ਨੂੰ ਅੱਛੀ ਤਰ੍ਹਾਂ ਜਾਣਦੇ ਹਨ ਤੇ ਇਹ ਇੱਕ ਤਰ੍ਹਾਂ ਦਾ ਦਾਅਵਾ ਕਰਨਾ ਕਿ ਬ੍ਰਾਹਮਣ ਜੋ ਕੁਝ ਕਹਿ ਰਹੇ ਹਨ ਉਹਨਾਂ ਦਾ ਵਿਰੋਧ ਕਰਨ ਦੇ ਲਈ ਅਸੀਂ ਕਬੀਰ ਜੀ ਦਾ ਸ਼ਲੋਕ ਦਈਏ, ਕਬੀਰ ਜੀ ਦਾ ਹਵਾਲਾ ਦਈਏ, ਕਿੰਨੀ ਕੁ ਸਿਆਣਪ ਦੀ ਗੱਲ ਹੈ। ਉਹਨਾਂ ਨੂੰ ਇੱਕ ਹੋਰ ਉਦਾਹਰਨ ਦਿੰਦਾ ਹਾਂ ਕਿ ਅੰਬ ਕਈ ਤਰ੍ਹਾਂ ਦੇ ਹੁੰਦੇ ਹਨ। ਇੱਕ ਦੁਸ਼ਹਿਰੀ ਅੰਬ ਹੈ, ਸਾਰੇ ਲੋਕ ਪਸੰਦ ਕਰਦੇ ਹਨ। ਕਿਉਂ ਪਸੰਦ ਕਰਦੇ ਹਨ? ਉਸ ਅੰਬ ਦੇ ਖਾਸ ਗੁਣ ਹਨ। ਦੂਸਰੇ ਪਾਸੇ ਆਮ ਅੰਬ ਹੈ, ਉਹਨਾਂ ਦੇ ਵਿੱਚੋਂ ਇੱਕ ਅੰਬ ਨੂੰ ਗਧਾ ਅੰਬ ਜਾਂ ਖੋਤਾ ਅੰਬ ਵੀ ਕਿਹਾ ਜਾਂਦਾ ਹੈ, ਪਰ ਉਹ ਖੋਤਾ ਇਹਨਾਂ ਕਾਮਰੇਡਾਂ ਵਰਗਾ ਖੋਤਾ ਹੈ। ਉਸ ਦੀ ਕਦਰ ਕਦੀ ਵੀ ਦੁਸ਼ਹਿਰੀ ਅੰਬ ਵਰਗੀ ਨਹੀਂ ਪੈਣੀ। ਜੇਕਰ ਉਹ ਕਹਿਣ ਲੱਗ ਜਾਣ ਕਿ ਦੁਸ਼ਹਿਰੀ ਅੰਬ ਤੂੰ ਆਣ ਬਾਟ ਕਿਉਂ ਨਹੀਂ ਆਇਆ, ਉਸੇ ਤਰ੍ਹਾਂ ਬ੍ਰਿਕਸ਼ ਨੂੰ ਲੱਗਦਾ ਹੈ, ਉਸੇ ਤਰ੍ਹਾਂ ਉਸੇ ਸੀਜ਼ਨ ਦੇ ਵਿੱਚ ਹੀ ਪੈਦਾ ਹੁੰਦਾ ਹੈ। ਤੇ ਇਹ ਕਿੰਨੀ ਮੂਰਖਤਾ ਵਾਲੀ ਗੱਲ ਹੋਏਗੀ। ਪੰਜਾਬ ਦੇ ਵਿੱਚ ਜੱਟਾਂ ਦਾ ਖਾਸ ਸਥਾਨ ਹੈ, ਜੱਟਾਂ ਦੀ ਤਾਰੀਫ ਕੀਤੀ ਜਾਂਦੀ ਹੈ। ਜੱਟ ਖੁਦ ਵੀ ਆਪਣੇ ਆਪ 'ਤੇ ਮਾਣ ਕਰਦਾ ਹੈ ਤੇ ਹੁਣ ਕੋਈ ਤਰਖਾਣ ਕਹਿਣ ਲੱਗ ਜਾਵੇ ਕਿ ਜੱਟ ਜੇ ਤੂੰ ਜੱਟੀ ਦਾ ਜਾਇਆ, ਆਣ ਬਾਟ ਕਾਹੇ ਨਹੀਂ ਆਇਆ, ਤਾਂ ਜੱਟ ਉਹਦੇ ਚਪੇੜਾ ਨਾ ਮਾਰੂ ਤਾਂ ਕੀ ਕਰੂਗਾ। ਇਹ ਤਰਕ ਦੇਣਾ ਬਿਲਕੁਲ ਗਲਤ ਹੈ। ਹਾਂ, ਕਬੀਰ ਜੀ ਬਹੁਤੇ ਸਿਆਣੇ ਵੀ ਨਹੀਂ ਸਨ, ਠੀਕ ਹੈ, ਅਸੀਂ ਉਹਨਾਂ ਦਾ ਆਦਰ ਕਰਦੇ ਹਾਂ। ਉਹ ਸੁਭਾਅ ਤੋਂ ਬੜੇ ਅੱਖੜ ਸਨ ਤੇ ਅੱਖੜ ਸੰਤ ਆਮ ਤੌਰ 'ਤੇ ਅਸੀਂ ਕਹਿ ਦਿਆ ਕਰਦੇ ਹਾਂ ਕਿ ਬਾਬਾ ਜੀ ਜੋ ਕਿਹਾ ਠੀਕ ਹੈ, ਜੈ ਸ਼੍ਰੀ ਰਾਮ, ਸਤਨਾਮ। ਉਹਨਾਂ ਦੇ ਬਚਨਾਂ ਨੂੰ ਅਸੀਂ ਉਲਟਦੇ ਨਹੀਂ। ਕਿਉਂ? ਕਬੀਰ ਜੀ ਖੁਦ ਕਹਿੰਦੇ ਸਨ ਕਿ ਕਬੀਰਾ ਖੜਾ ਬਾਜ਼ਾਰ में लिए लुकाठा हाथ, जो घर फूके अपना चले हमारे साथ। ਇਹਨਾਂ ਕਾਮਰੇਡਾਂ ਨੂੰ ਕਹੋ ਕਿ ਪਹਿਲਾਂ ਘਰ ਫੂਕੋ, ਫਿਰ ਕਬੀਰ ਜੀ ਦੇ ਨਾਲ ਚੱਲ ਪਾਓ। ਹੁਣ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਇਹਦੇ ਉਲਟ ਕਬੀਰ ਜੀ ਨੇ ਕਿਹਾ कि नारी की झाई परे अंधा होत भुजंग, कबीरा तिनकी क्या गति जो नित नारी के संग। ਹੁਣ ਕਬੀਰ ਜੀ ਤਾਂ ਨਾਰੀ ਨੂੰ ਮਾਇਆ ਦਾ ਰੂਪ ਸਮਝਦੇ ਸਨ, ਚਾਹੇ ਉਹਨਾਂ ਨੇ ਆਪ ਵਿਆਹ ਕਰਾਇਆ ਹੋਇਆ ਸੀ, ਪਰ ਦੂਸਰਿਆਂ ਨੂੰ ਉਪਦੇਸ਼ ਦਿੰਦੇ ਸਨ ਕਿ ਨਾਰੀ ਦਾ ਸੰਗ ਕਰਨਾ ਮਾੜੀ ਗੱਲ ਹੈ। ਇਸੇ ਤਰੀਕੇ ਦੇ ਨਾਲ ਕਬੀਰ ਜੀ ਕਹਿੰਦੇ ਹਨ ਕਿ ਹੰਸਾ ਬਗੁਰਾ ਏਕਸਾ ਮਾਨ ਸਰੋਵਰ ਮਾਹੀ, ਬਕਾ ਡਿਠੋਰੇ ਮਾਛਰੀ ਹੰਸਾ ਮੋਤੀ ਖਾਹੀ। ਹੁਣ ਕਬੀਰ ਜੀ ਨੂੰ ਇੰਨਾ ਹੀ ਪਤਾ ਸੀ ਕਿ ਹੰਸ ਮੋਤੀ ਖਾਂਦੇ ਹਨ। ਮੈਂ ਕਈ ਵਾਰ ਆਸਟ੍ਰੇਲੀਆ ਦੇ ਵਿੱਚੋਂ, ਝੀਲਾਂ ਦੇ ਵਿੱਚੋਂ ਹੰਸਾਂ ਦੀ ਫੋਟੋ ਪਾਈ ਹੈ, ਸਨੈਪ ਖਿੱਚ ਕੇ ਪਾਈ ਹੈ।
ਉਹ ਹੰਸ ਮੋਤੀ ਨਹੀਂ ਖਾਂਦੇ। ਹੁਣ ਕਬੀਰ ਜੀ ਨੇ ਜੋ ਕੁਝ ਵੀ ਬੋਲਿਆ ਉਹ ਉਹਨਾਂ ਦਾ ਸੁਣਿਆ ਸੁਣਾਇਆ ਗਿਆਨ ਸੀ। ਉਹ ਬਹੁ ਸ਼ਰੁਤ ਸਨ, ਬਹੁ ਗਿਆਨ ਨਹੀਂ। ਬਹੁ ਗਿਆਨ ਦਾ ਅਰਥ ਹੈ ਬਹੁਤ ਕੁਝ ਜਾਣਨ ਵਾਲਾ। ਸ਼ਰੁਤ ਦਾ ਮਤਲਬ ਸੁਣਿਆ ਸੁਣਾਇਆ। ਕਬੀਰ ਜੀ ਦੇ ਕੋਲ ਬਹੁਤ ਸਾਰੇ ਸੰਤ ਆਉਂਦੇ ਸਨ, ਜੋ ਕੁਝ ਉਹਨਾਂ ਨੇ ਸੁਣਿਆ ਤੇ ਆਪਣੀ ਭਾਸ਼ਾ ਦੇ ਵਿੱਚ ਬੋਲ ਦਿੱਤਾ। ਹਾਂ, ਉਹਨਾਂ ਨੂੰ ਕਵਿਤਾ ਰਚਨੀ ਆਉਂਦੀ ਸੀ। ਬਹੁਤ ਗਿਆਨੀ ਸਨ। ਗਿਆਨੀ ਇਸ ਅਰਥ ਦੇ ਵਿੱਚ ਕਿ ਉਹਨਾਂ ਨੂੰ ਕਵਿਤਾ ਰਚਨੀ ਆਉਂਦੀ ਸੀ, ਆਪਣੀ ਗੱਲ ਕਹਿਣੀ ਆਉਂਦੀ ਸੀ। ਪਰ ਇਹ ਗੱਲ ਜ਼ਰੂਰੀ ਨਹੀਂ ਕਿ ਕਬੀਰ ਜੀ ਦੀ ਹਰ ਇੱਕ ਗੱਲ ਸੱਚ ਹੋਵੇ, ਉਹਨੂੰ ਹੂਬਹੂ ਮੰਨ ਲਿਆ ਜਾਵੇ। ਹਾਂ, ਕਬੀਰ ਜੀ ਦਾ ਵੀ ਆਪਣੇ ਸਮੇਂ ਦੇ ਲੋਕਾਂ ਦੇ ਨਾਲ ਕਈ ਤਰ੍ਹਾਂ ਦਾ ਵਿਰੋਧ ਸੀ। ਹੋ ਸਕਦਾ ਕੋਈ ਬਾਹਮਣ ਉਹਨਾਂ ਦਾ ਗਵਾਂਢੀ ਹੋਵੇ। ਗੁਆਂਢੀ ਦੇ ਨਾਲ ਅੱਜ ਦੇ ਜ਼ਮਾਨੇ ਵਿੱਚ ਹਰ ਇੱਕ ਦਾ ਬੈਰ ਹੈ, ਅਤੇ ਉਹ ਬੈਰ ਕੱਢਣ ਦੇ ਲਈ ਕਬੀਰ ਜੀ ਨੇ ਕਿਸੇ ਵੇਲੇ ਕੁਝ ਕਹਿ ਦਿੱਤਾ। ਪਰ ਕਬੀਰ ਜੀ ਪੜ੍ਹੇ ਲਿਖੇ ਨਹੀਂ ਸਨ। ਉਹ ਖੁਦ ਕਹਿੰਦੇ ਹਨ, ਮਸੀ ਕਾਗਜ਼ ਛੂਓ ਨਹੀਂ, ਕਲਮ ਗਇਓ ਨਹੀਂ ਹਾਥ। ਉਹਨਾਂ ਨੇ ਨਾ ਮਸੀ ਸਿਆਹੀ ਛੂਈ ਸੀ, ਨਾ ਕਾਗਜ਼ ਛੂਇਆ ਸੀ। ਉਹਨਾਂ ਦੇ ਚੇਲਿਆਂ ਨੇ ਉਹ ਲਿਖ ਲਿਆ, ਜੋ ਕਬੀਰ ਜੀ ਨੇ ਬੋਲਿਆ ਉਹ ਲਿਖ ਲਿਆ, ਗੁਰੂ ਦਾ ਆਦਰ ਕਰਦਿਆਂ ਹੋਇਆ। ਹੁਣ ਕਈ ਲੋਕ, ਖਾਸ ਕਰਕੇ ਰਣਜੀਤ ਸਿੰਘ ਜੀ ਢੰਡਣੀਆਂ ਵਾਲਾ, ਕਹਿੰਦੇ ਹਨ ਕਿ ਗੁਰੂ ਤੇ ਈਸ਼ਵਰ ਇੱਕ ਹੈ। ਉਹ ਪ੍ਰਭੂ ਤੇ ਗੁਰੂ ਵਿੱਚ ਕੋਈ ਅੰਤਰ ਨਹੀਂ। ਪਰ ਕਬੀਰ ਜੀ ਦਾ ਪ੍ਰਸਿੱਧ ਦੋਹਾ ਹੈ, ਸਾਰੇ ਲੋਕ ਜਾਣਦੇ ਹਨ, ਗੁਰੂ ਗੋਬਿੰਦ ਦਊ ਖੜੇ, ਕਾਕੇ ਲਾਗੋਂ ਪਾਏ, ਬਲਿਹਾਰੀ ਗੁਰੂ ਆਪਣੋ, ਗੋਬਿੰਦ ਦਿਓ ਬਤਾਏ। ਇਸ ਦੋਹੇ ਦੇ ਵਿੱਚ ਗੁਰੂ ਗੋਬਿੰਦ ਦਊ ਖੜੇ, ਗੋਬਿੰਦ ਈਸ਼ਵਰ ਹੈ। ਇਸੇ ਤਰੀਕੇ ਦੇ ਨਾਲ ਦੂਸਰੀ ਜਗ੍ਹਾ ਤੇ ਗੁਰੂ ਕਬੀਰ ਜੀ ਨੇ ਕਿਹਾ ਕਿ ਹਰਿ ਰੂਠੇ ਗੁਰੂ ਠੌਰ ਹੈ, ਗੁਰੂ ਰੂਠੇ ਨਹੀਂ ਠੌਰ। ਇਸ ਲਈ ਢੰਡਣੀਆਂ ਵਾਲਾ ਜੀ, ਤੁਹਾਡੇ ਵਾਲਾ ਸਿਧਾਂਤ ਬਿਲਕੁਲ ਗਲਤ ਹੈ। ਤੁਸੀਂ ਭੋਲੇ ਭਾਲੇ ਸਿੱਖਾਂ ਨੂੰ ਗਲਤ ਰਾਸਤੇ 'ਤੇ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਉਹਦੇ ਵਿੱਚ ਮੇਰਾ ਕੋਈ ਦਖਲ ਨਹੀਂ। ਉਹ ਜਵਾਬ ਤੁਹਾਨੂੰ ਸਿੱਖ ਹੀ ਦੇਣਗੇ। ਪਰ ਇਹ ਕਹਿਣਾ ਬਿਲਕੁਲ ਗਲਤ ਹੈ ਕਿ ਪਰਮਾਤਮਾ ਲਾ ਆਫ ਨੇਚਰ ਹੈ। ਇਹ ਤਾਂ ਗੱਲ ਕਮਿਊਨਿਸਟਾਂ ਵਾਲੀ ਗੱਲ ਹੈ। ਕਮਿਊਨਿਸਟ ਕਹਿੰਦੇ ਹਨ ਕਿ ਈਸ਼ਵਰ ਕਿਤੇ ਵੀ ਮੌਜੂਦ ਨਹੀਂ। ਤੁਸੀਂ ਕਹਿ ਦਿੱਤਾ ਉਹਨੂੰ ਲਾ ਆਫ ਨੇਚਰ ਵਿੱਚ ਲੱਭ ਲਓ। ਇਹ ਕਿਸੇ ਢੰਡਨੀਆਂ ਵਾਲੇ ਦੀ ਸੋਚ ਹੋ ਸਕਦੀ ਹੈ, ਗੁਰੂ ਨਾਨਕ ਦੇਵ ਜੀ ਦੀ ਜਾਂ ਆਮ ਸਿੱਖਾਂ ਦੀ ਸੋਚ ਬਿਲਕੁਲ ਨਹੀਂ ਹੋ ਸਕਦੀ। ਹਾਂ, ਤੁਸੀਂ ਕਬੀਰ ਜੀ ਦੀ ਗੱਲ ਕਹਿਣਾ ਚਾਹੁੰਦੇ ਆ ਤਾਂ ਕਬੀਰ ਜੀ ਨੇ ਸਾਫ਼ ਕਿਹਾ ਹੈ, ਨੈਣਾ ਅੰਦਰ ਆਗ ਤੂੰ नैनन लौं सुमाए, पलकन की चिक डार के नैनन लौं सुमाए, ना फिर देखूं और को और ना देखन पाए। ਇਹਦਾ ਮਤਲਬ ਕਬੀਰ ਜੀ ਦਾ ਈਸ਼ਵਰ ਜ਼ਰੂਰ ਮੌਜੂਦ ਸੀ। ਉਹਨਾਂ ਨੂੰ ਮਹਿਸੂਸ ਹੁੰਦਾ ਸੀ ਕਿ ਰੱਬ ਹੈ, ਕਿਤੇ ਨਾ ਕਿਤੇ ਜ਼ਰੂਰ ਹੈ। ਹਾਂ, ਉਹ ਕਬੀਰ ਜੀ ਕਦੇ ਵੀ ਆਪਣੇ ਆਪ ਨੂੰ ਨਾਸਤਿਕ ਨਹੀਂ ਕਹਿੰਦੇ ਸਨ। ਉਹ ਤਾਂ ਇਹ ਕਹਿੰਦੇ ਸਨ ਕਿ ਜਿਉਂ ਤਿਲ ਮਾਹੀ ਤਿਲ ਹੈ, ਜਿਉਂ ਚਕਮਕ में आग, तेरा साई तुझ में है, जाग सके तो याद। ਇਹਦਾ ਮਤਲਬ ਕੀ ਹੈ ਕਿ ਈਸ਼ਵਰ ਹੈ। ਉਹ ਉਸ ਰਾਮ ਨੂੰ ਆਪਣਾ ਸਵਾਮੀ ਸਮਝਦੇ ਸਨ, ਜਿਸ ਨੂੰ ਉਹ ਕਹਿੰਦੇ ਸਨ, ਰਾਮ ਭਰਤਾਰ ਮੈਂ ਤੇਰੀ ਦੋਹਰਈਆ, ਮੈਂ ਹੇ ਰਾਮ ਮੈਂ ਤੇਰੀ ਦੁਲਹਨ ਹਾਂ। ਅਤੇ ਜੇਕਰ ਉਹਨਾਂ ਨੂੰ ਪਤਾ ਹੁੰਦਾ ਕਿ ਰੱਬ ਲਾ ਆਫ ਨੇਚਰ ਹੈ, ਅਤੇ ਉਹਨੂੰ ਉਹਨਾਂ ਨੇ ਕਦੀ ਨਹੀਂ ਸੀ ਕਹਿਣਾ ਕਿ ਰਾਮ ਭਰਤਾਰ ਮੈਂ ਤੇਰੀ ਦੁਲਹਨੀਆ। ਇਹ ਸੋਚੋ,
ਤੇ ਲੋਕਾਂ ਨੂੰ ਭਰਮਾਣਾ ਬੰਦ ਕਰੋ। ਦੂਸਰੀ ਚੀਜ਼, ਕਬੀਰ ਜੀ ਨੇ ਤਾਂ ਇਹ ਵੀ ਕਿਹਾ ਹੈ ਕਿ ਧਨ ਇਕੱਠਾ ਕਰਨਾ ਬੁਰੀ ਗੱਲ ਹੈ। ਉਹਨਾਂ ਨੇ ਆਪਣੇ ਪੁੱਤਰ ਦੇ ਬਾਰੇ ਕਿਹਾ ਸੀ, ਜਦੋਂ ਉਸਨੇ ਧਨ ਜੋੜਨਾ ਸ਼ੁਰੂ ਕਰ ਦਿੱਤਾ ਤਾਂ ਉਹਨਾਂ ਨੇ ਕਿਹਾ कि बूढ़ा वंश कबीर का जन्मा पूत कमाल, हरि का भजन छाड़ी के ले आया धनमाल। कबीर जी कहते सन कि जेकर नाव च पानी ਵੱਧ ਜਾਵੇ ਤੇ ਘਰ ਦੇ ਵਿੱਚ ਦਾਮ ਵੜ ਜਾਵੇ, ਦੋ ਹੱਥ ਉਲੀਚੀਏ। ਇਸ ਤਰੀਕੇ ਦੇ ਨਾਲ ਦੋਨਾਂ ਹੱਥਾਂ ਦੇ ਨਾਲ ਪੈਸਾ ਘਰ ਚੋਂ ਬਾਹਰ ਸਿੱਟਣਾ ਚਾਹੀਦਾ ਹੈ। ਇਹ ਢੰਡਣੀਆਂ ਵਾਲੇ ਦੇ ਚੇਲੇ ਕਰ ਸਕਦੇ ਹਨ। ਇੰਨਾ ਹਿੰਮਤ ਕਰਕੇ ਦਿਖਾਓ। ਆਪਣੇ ਘਰ ਦੇ ਵਿੱਚ ਆਇਆ ਧਨ ਮਾਲ ਜਿਹੜਾ ਆ ਦੋਨਾਂ ਹੱਥਾਂ ਦੇ ਨਾਲ ਉਲੀਚ ਦਿਓ, ਬਾਹਰ ਸਿੱਟ ਦਿਓ, ਜਨਤਾ ਦਾ ਵੀ ਭਲਾ ਹੋ ਜਾਵੇਗਾ। ਹਾਂ, ਤੁਸੀਂ ਲੋਕਾਂ ਨੂੰ ਬੇਵਕੂਫ ਜ਼ਰੂਰ ਬਣਾ ਸਕਦੇ ਹਾਂ, ਤਰਕ ਦੇ ਸਕਦੇ ਹਾਂ। ਤੁਹਾਡੇ ਕੋਲ ਸਾਧਨ ਆ ਗਏ, ਪ੍ਰਚਾਰ। ਭੋਲੇ ਭਾਲੇ ਲੋਕ ਤਾਂ ਸਮਝਦੇ ਹਨ ਕਿ ਇਹ ਜ਼ਰੂਰ ਕੋਈ ਗਿਆਨ ਦੀਆਂ ਗੱਲਾਂ ਕਰਦੇ ਹਨ। ਗਿਆਨ ਦੀਆਂ ਗੱਲਾਂ ਤੋਂ ਮੈਨੂੰ ਯਾਦ ਆ ਗਿਆ ਕਿ ਗਿਆਨ ਈਸ਼ਵਰ ਹੈ। ਇਹਦੇ ਬਾਰੇ ਤਾਂ ਸਾਡੇ ਲੋਕ ਪਹਿਲਾਂ ਹੀ ਕਹਿ ਚੁੱਕੇ ਹਨ। ਜਿਹੜੇ ਨਿਰਗੁਣਵਾਦੀ ਸੰਤ ਹਨ, ਉਹਨਾਂ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਸੀ, ਗਿਆਨ ਮਾਰਗੀ ਅਤੇ ਪ੍ਰੇਮ ਮਾਰਗੀ। ਗਿਆਨ ਮਾਰਗੀ ਉਹ ਸੰਤ ਸਨ ਜਿਨ੍ਹਾਂ ਦੇ ਵਿੱਚ ਕਬੀਰ, ਗੁਰੂ ਨਾਨਕ ਵਰਗੇ ਸੰਤ ਆਉਂਦੇ ਹਨ, ਅਤੇ ਪ੍ਰੇਮ ਮਾਰਗੀ ਦੇ ਵਿੱਚ ਸੂਫੀ ਸੰਤਾਂ ਨੂੰ ਰੱਖਿਆ ਗਿਆ ਸੀ। ਈਸ਼ਵਰ ਦੀ ਪ੍ਰਾਪਤੀ ਦਾ ਉਹਨਾਂ ਦਾ ਅਲੱਗ-ਅਲੱਗ ਸਾਧਨ ਸੀ, ਢੰਗ ਸੀ। ਇਹਦਾ ਮਤਲਬ ਈਸ਼ਵਰ ਨੂੰ ਪ੍ਰਾਪਤ ਜ਼ਰੂਰ ਕਰਨਾ ਚਾਹੁੰਦੇ ਸਨ। ਕੋਈ ਪ੍ਰੇਮ ਦੇ ਨਾਲ ਪ੍ਰਾਪਤ ਕਰਨਾ ਚਾਹੁੰਦਾ ਸੀ, ਜਿਵੇਂ ਸੂਫੀਆਂ ਨੇ ਕੋਸ਼ਿਸ਼ ਕੀਤੀ, ਅਤੇ ਕੋਈ ਗਿਆਨ ਨਾਲ ਪ੍ਰਾਪਤ ਕਰਨਾ ਚਾਹੁੰਦਾ ਸੀ, ਜਿਵੇਂ ਕਬੀਰ ਜੀ ਨੇ ਕੋਸ਼ਿਸ਼ ਕੀਤੀ। ਹਾਂ, ਸਭ ਤੋਂ ਜ਼ਿਆਦਾ ਮੁਸ਼ਕਿਲ ਆਉਂਦੀ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਸੂਰਦਾਸ ਜੀ ਦੀ ਬਾਣੀ, ਚਾਹੇ ਇੱਕ ਵੀ ਛੰਦ ਹੈ ਤਾਂ ਸਹੀ ਗ੍ਰੰਥ ਸਾਹਿਬ ਵਿੱਚ ਸਾਰੇ ਜਾਣਦੇ ਹਨ ਕਿ ਕਬੀਰ ਜੀ ਦੇ ਵਾਂਗ ਸੂਰਦਾਸ ਉਲਟ ਸ਼੍ਰੇਣੀ ਵਿੱਚ ਬੈਠਦੇ ਸਨ। ਸੂਰਦਾਸ ਜੀ ਕ੍ਰਿਸ਼ਨ ਜੀ ਦੇ ਭਗਤ ਸਨ। ਉਹਨਾਂ ਨੇ ਸੂਰ ਸਾਗਰ ਲਿਖਿਆ, ਕ੍ਰਿਸ਼ਨ ਜੀ ਦੀਆਂ ਲੀਲਾ ਦਾ ਗਾਨ ਕੀਤਾ। ਮਈਆ ਮੋਰੀ ਮੈਂ ਨਹੀਂ ਮਾਖਣ ਖਾਇਓ ਲਿਖਣ ਵਾਲੇ ਸੂਰਦਾਸ ਹੀ ਸਨ। ਉਹਨਾਂ ਨੂੰ ਨਿਰਗੁਣ ਭਗਤੀ ਦੇ ਵਿੱਚ ਰੱਖਣਾ ਕਿੱਥੋਂ ਤੱਕ ਦੀ ਸਮਝਦਾਰੀ ਹੈ, ਸੋਚ ਕੇ ਦੱਸ ਦਿਓ। ਪੜ੍ਹਿਆ ਕਰੋ। ਹੁਣ ਤੁਹਾਡਾ ਵਾਸਤਾ ਕਾਮਰੇਡਾਂ ਦੇ ਨਾਲ ਨਹੀਂ, ਪ੍ਰੋਫੈਸਰ ਤਿਵਾੜੀ ਨਾਲ ਪੈ ਗਿਆ ਹੈ। ਜਵਾਬ ਦਿਓ, ਪ੍ਰੋਫੈਸਰ ਤਿਵਾੜੀ ਨੂੰ ਜਵਾਬ ਦਿਓ। ਮੈਂ ਆਪਣਾ ਫ਼ੋਨ ਨੰਬਰ ਵੀ ਨਾਲ ਦੇਣਾ, ਜਿੱਦਣ ਜੀ ਕੀਤਾ ਫ਼ੋਨ ਕਰ ਲਿਓ। ਪਰ ਮੈਂ ਤੁਹਾਨੂੰ ਫਿਰ ਤਾਕੀਦ ਕਰਦਾ ਹਾਂ, ਸਮਝਾਉਂਦਾ ਹਾਂ ਕਿ ਇਹ ਗਲਤ ਰਾਸਤਾ ਛੱਡ ਦਿਓ। ਤੁਸੀਂ ਸਿੱਖਾਂ ਦਾ ਬਹੁਤ ਨੁਕਸਾਨ ਕੀਤਾ ਹੈ, ਹੋਰ ਨੁਕਸਾਨ ਨਹੀਂ ਸਹਾਂਗੇ। ਜੇ ਤੁਹਾਨੂੰ ਜਵਾਬ ਨਹੀਂ ਦਿੱਤਾ ਗਿਆ, ਇਹਦਾ ਮਤਲਬ ਇਹ ਨਹੀਂ ਕਿ ਸਾਡੇ 'ਤੇ ਕੋਈ ਅਸਰ ਨਹੀਂ ਹੋਇਆ। ਉਰਦੂ ਦਾ ਇੱਕ ਸ਼ੇਰ ਹੈ, चुप हैं किसी सबब से तो पत्थर हमें न जान, इस दिल पे हुआ है तेरी बात बात का असर। जे सिख विद्वानां दे विचों कोई नहीं बोलता, ਇਹਦਾ ਮਤਲਬ ਇਹ नहीं कि तुसीं ਉਹਨਾਂ ਨੂੰ चैलेंज करो। मैं प्रोफैसर तिवाड़ी ਤੁਹਾਡੇ हर प्रश्न का उत्तर देने के लिए तैयार हाँ। तुसीं मेरे फ़ोन नंबर पर फ़ोन करो, मैनू चैलेंज करो। वो विद्वान अगे नहीं आना चाहते, घटिया लोगों के नाल
ਜਿਹਨੂੰ ਅਸੀਂ ਕਹਿੰਦੇ ਹਾਂ ਕਿ ਚਿੱਕੜ ਦੇ ਵਿੱਚ ਵੱਟਾ ਮਾਰ ਕੇ ਕਿਸੇ ਨੇ ਆਪਣੇ ਸਿਰ ਚਿੱਕੜ ਹੀ ਪਵਾਉਣਾ। ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਨੂੰ ਜਵਾਬ ਨਹੀਂ ਆਉਂਦੇ। ਉਹ ਮੂਰਖੋ ਤੁਹਾਡੇ ਪੱਧਰ 'ਤੇ ਨੀਵੇਂ ਨਹੀਂ ਆਉਣਾ ਚਾਹੁੰਦੇ। ਇਸ ਲਈ ਇਹ ਮੂਰਖਤਾ ਛੱਡ ਦਿਓ। ਕਬੀਰ ਜੀ ਤਾਂ ਇਹ ਵੀ ਕਹਿੰਦੇ ਸਨ, ਬੱਕਰੀ ਪਾਤੀ ਖਾਦ ਹੈ ਤਾਕੋ ਕਰਤ ਹਲਾਲ, ਜੋ ਨਰ ਬੱਕਰੀ ਖਾਤ ਹੈ ਤਾਕੋ ਕੌਣ ਹਵਾਲ। ਹੁਣ ਲੋਕਾਂ ਨੂੰ ਦੱਸਣਾ ਸ਼ੁਰੂ ਕਰ ਦਿਓ ਕਿ ਬੱਕਰੀ ਦਾ ਮਾंस ਖਾਣਾ ਗਲਤ ਹੈ। ਤੁਸੀਂ ਤਾਂ ਖੁੱਲ੍ਹੇ ਤੌਰ 'ਤੇ ਕਹਿੰਦੇ ਆ ਕਿ ਮੀਟ ਖਾਣ ਦੇ ਵਿੱਚ ਕੋਈ ਗਲਤ ਨਹੀਂ। ਇਹ ਤੁਹਾਡਾ ਆਪਣਾ ਵਿਚਾਰ ਹੋ ਸਕਦਾ ਹੈ, ਪਰ ਕਬੀਰ ਜੀ ਦਾ ਵਿਚਾਰ ਨਹੀਂ। ਤੁਸੀਂ ਲੋਕਾਂ ਨੂੰ ਗਲਤ ਢੰਗ ਦੇ ਨਾਲ ਭਰਮਾ ਰਹੇ ਹੋ। ਕਬੀਰ ਜੀ ਦੇ ਇੱਦਾਂ ਦੀ ਕੋਈ ਵਿਚਾਰਧਾਰਾ ਨਹੀਂ ਸੀ। ਉਹ ਇਹ ਜ਼ਰੂਰ ਹੈ ਕਿ ਇੱਕ ਈਸ਼ਵਰਵਾਦ ਤੋਂ ਪ੍ਰਭਾਵਿਤ ਸਨ। ਉਹਨਾਂ ਨੇ ਕਿਹਾ ਹੈ, ਅਕਸ਼ੈ ਪੁਰਸ਼ ਇੱਕ ਪੇੜ ਹੈ, ਨਿਰੰਜਨ ਵਾਕੀ ਡਾਰ, ਤ੍ਰਿਦੇਵਾ ਸ਼ਾਖਾ ਭਏ, ਪਾਤ ਭਇਆ ਸੰਸਾਰ। ਅਕਸ਼ੈ ਪੁਰਸ਼ ਉਹਨਾਂ ਨੇ ਅਕਾਲ ਪੁਰਖ ਨੂੰ ਹੀ ਕਿਹਾ ਸੀ। ਉਹ ਇੱਕ ਪੇੜ ਹੈ ਦਾ ਮਤਲਬ ਮੌਜੂਦ ਹੈ। ਹੁਣ ਤੁਸੀਂ ਉਹਨੂੰ ਲਾ ਆਫ ਨੇਚਰ ਕਦੀ ਨਹੀਂ ਕਹਿ ਸਕਦੇ। ਹਾਂ, ਕਬੀਰ ਜੀ ਨੇ ਕਿਹਾ ਸੀ, ਆਮ ਲੋਕਾਂ ਨੂੰ ਸਮਝਾਇਆ ਸੀ। ਉਹ ਨਿਰਗੁਣਵਾਦੀ ਵਿਚਾਰਧਾਰਾ ਦੇ ਕਵੀ ਸਨ। ਉਹ ਗਿਆਨ ਮਾਰਗੀ ਸਨ। ਉਹ ਪ੍ਰੇਮ ਮਾਰਗੀਆਂ ਤੋਂ ਅਲੱਗ ਸਨ। ਪ੍ਰੇਮ ਮਾਰਗੀਆਂ ਦੀ ਵਿਚਾਰਧਾਰਾ ਅਲੱਗ ਹੈ, ਜਿਹੜੇ ਈਸ਼ਵਰ ਨੂੰ ਪ੍ਰੇਮ ਦੇ ਰਾਹੀਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹਨਾਂ ਦੇ ਵਿੱਚ ਇਸਲਾਮ ਨਾਲ ਸੰਬੰਧ ਰੱਖਣ ਵਾਲੇ ਕਵੀ ਆਉਂਦੇ ਹਨ। ਇਹ ਜ਼ਰੂਰ ਹੈ ਕਿ ਈਸ਼ਵਰ ਇੱਕ ਹੈ ਦਾ ਵਿਚਾਰ ਉਸ ਵੇਲੇ ਭਾਰੂ ਹੋ ਗਿਆ ਸੀ। ਇਹ ਗੱਲ 10ਵੀਂ ਤੋਂ 15ਵੀਂ ਸ਼ਤਾਬਦੀ ਤੱਕ ਚੱਲੀ, ਕਿਉਂਕਿ ਇਸਲਾਮ ਭਾਰਤ ਵਿੱਚ ਆਇਆ ਸੀ। ਇਸਲਾਮ ਦੇ ਦੋ ਧੜੇ ਸਨ। ਇੱਕ ਮਸਜਿਦ ਨੂੰ, ਕੁਰਾਨ ਨੂੰ ਮੰਨਣ ਵਾਲੇ, ਤੇ ਇਸ ਦੇ ਉਲਟ ਸੂਫੀ ਜਿਹੜੇ ਕਿ ਰੋਜ਼ਾ, ਨਮਾਜ਼, ਕੁਰਾਨ ਆਦਿ ਦਾ ਵਿਰੋਧ ਕਰਦੇ ਸਨ। ਅਜਿਹੇ ਕਵੀਆਂ ਦੇ ਵਿੱਚੋਂ ਇੱਕ ਕਵੀ ਸਨ ਬਾਬਾ ਫਰੀਦ। ਫਰੀਦ ਜੀ ਨੇ ਮੁਸਲਮਾਨਾਂ ਦੀ ਉਸ ਪਰੰਪਰਾ ਦਾ ਪਾਲਣ ਨਹੀਂ ਕੀਤਾ, ਜਿਹੜੀ ਪਰੰਪਰਾ ਕਹਿੰਦੀ ਸੀ ਕਿ ਰੋਜ਼ਾ, ਨਮਾਜ਼ ਜ਼ਰੂਰੀ ਹੈ। ਕਬੀਰ ਜੀ ਨੇ ਵੀ ਇਸੇ ਤਰੀਕੇ ਨਾਲ ਹਿੰਦੂਆਂ ਦੀ ਉਸ ਪਰੰਪਰਾ ਦਾ ਪਾਲਣ ਨਹੀਂ ਕੀਤਾ, ਜਿਸ ਪਰੰਪਰਾ ਦੇ ਵਿੱਚ ਮੂਰਤੀ ਪੂਜਾ 'ਤੇ ਜ਼ੋਰ ਦਿੱਤਾ ਜਾਂਦਾ ਸੀ। ਇਹ ਅਲੱਗ-ਅਲੱਗ ਵਿਚਾਰਧਾਰਾਵਾਂ ਸਨ ਜਿਹੜੀਆਂ ਸਮਾਨਾਂਤਰ ਚੱਲੀਆਂ। ਉਸੇ ਵੇਲੇ ਸੂਰਦਾਸ ਹੋਏ, ਮੀਰਾਬਾਈ ਹੋਈ। ਇਹ ਮੀਰਾਬਾਈ ਉਹ ਭਗਤ ਨਹੀਂ ਸੀ ਜਿਸ ਨੇ ਰੈਦਾਸ ਜੀ ਨੂੰ, ਰਵਿਦਾਸ ਜੀ ਨੂੰ ਆਪਣੇ ਗੁਰੂ ਬਣਾਇਆ। ਤੇ ਰੈਦਾਸ ਜੀ, ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹਾਂ ਕਿ ਉਹ ਨਿਰਗੁਣ ਮਾਰਗੀ ਸਨ, ਗਿਆਨ ਮਾਰਗੀ ਸਨ, ਮੈਂ ਨਹੀਂ ਮੰਨਦਾ। ਚਲੋ ਮੰਨ ਲਿਆ ਤੁਸੀਂ ਕਿਹਾ, ਪਰ ਉਸਨੇ ਮੀਰਾਬਾਈ ਜੀ ਨੂੰ ਰਾਮ ਨਾਮ ਜਪਣ ਦਾ ਮੰਤਰ ਦਿੱਤਾ ਸੀ। ਜਦੋਂ ਮੀਰਾਬਾਈ ਗੁਰੂ ਮੰਤਰ ਲੈਣ ਗਈ ਤਾਂ ਉਸਨੇ, ਰਵਿਦਾਸ ਜੀ ਨੇ ਉਸਨੂੰ ਰਾਮ ਨਾਮ ਜਪਣ ਦਾ ਮੰਤਰ ਦਿੱਤਾ। ਤੇ ਮੀਰਾਬਾਈ ਨੇ ਇੱਕ ਹੀ ਪ੍ਰਸਿੱਧ ਭਜਨ ਰਾਮਚੰਦਰ ਜੀ ਤੇ ਗਾਇਆ, ਪਾਇਓ ਜੀ ਮੈਨੇ ਰਾਮ ਰਤਨ ਧਨ ਪਾਇਓ। ਅਸੀਂ ਸਾਰੇ ਜਾਣਦੇ ਹਾਂ ਕਿ ਮੀਰਾਬਾਈ ਤਾਂ ਕ੍ਰਿਸ਼ਨ ਜੀ ਦੀ ਭਗਤ ਨਹੀਂ ਸੀ। ਉਸਦੀ ਸਾਰੀ ਜ਼ਿੰਦਗੀ ਕ੍ਰਿਸ਼ਨ ਜੀ ਦੇ ਭਗਤ, ਕ੍ਰਿਸ਼ਨ ਜੀ ਦੇ ਭਜਨ ਗਾਉਂਦੇ ਹੋਏ ਬੀਤ ਗਈ। ਇਸ ਤਰੀਕੇ ਦੇ ਨਾਲ ਭੋਲੇ ਭਾਲੇ ਸੰਤਾਂ ਦਾ ਨਾਂ ਲੈ ਕੇ ਤੁਸੀਂ ਬ੍ਰਾਹਮਣਾਂ ਨੂੰ ਗਾਲਾਂ ਕੱਢਣੀਆਂ ਬੰਦ ਕਰੋ।
हाँ, मैं ਤੁਹਾਨੂੰ ਦੱਸ ਦਿੰਦਾ ਹਾਂ, ਅੱਜ ਦੀ ਵਿਚਾਰਧਾਰਾ ਦੇ ਮੁਤਾਬਕ ਬ੍ਰਾਹਮਣ ਦਾ ਅਰਥ ਹੈ ਬ੍ਰਾਹਮਣ, ਐਕਸਪੈਂਡਡ ਮਾइंड, ਜਿਹਨੇ ਆਪਣਾ ਮਾइंड ਐਕਸਪੈਂਡ ਕੀਤਾ, ਵਿਸਤ੍ਰਿਤ ਕੀਤਾ, ਗਿਆਨ ਵਧਾਇਆ ਅਤੇ ਲੋਕਾਂ ਨੂੰ ਬਚਾਇਆ। ਤੁਸੀਂ ਬ੍ਰਾਹਮਣਾਂ ਦਾ ਮੁਕਾਬਲਾ ਕਿਵੇਂ ਕਰ ਦੇਵੋਗੇ? ਕੋਸ਼ਿਸ਼ ਕਰੋ ਕਿਤੇ ਤੁਹਾਡਾ ਵੀ ਜਨਮ ਬ੍ਰਾਹਮਣਾਂ ਦੇ ਵਿੱਚ ਹੋ ਜਾਂਦਾ ਤਾਂ ਤੁਸੀਂ ਸ਼ਾਇਦ ਉਹਨਾਂ ਦੀ ਬਰਾਬਰੀ ਕਰ ਸਕਦੇ। ਬ੍ਰਾਹਮਣ ग्रेट है, ग्रेट रहेगा। कोई टंडड़ियाँ वाले दा चेला ब्राह्मणों का मुकाबला कभी नहीं कर सकता। ये उन्हां दा अनुवंशिक गुण है। हाँ, होर तरीके दे नाल तुसी ब्राह्मणों में शामिल हो जाओगे, वो अलग गल है। ये भी मैं कहना चाहता हाँ कि लंबे समय की यात्रा तो बाद ब्राह्मणों के विच हौली हौली ज्ञान की कमी आती गई। साडे कुछ लोग बेरोजगार हो के, साधनहीन हो के, गरीब हो गए, तो उन्हां दे कोल ज्ञान इकट्ठा करन दी बजाय रोजी रोटी की समस्या आ गई। भूखे भजन ना होए गोपाला, ये किया गया है। भुखे पेट दे नाल भजन ज्ञान दियां गल्लां नहीं हो सकदियां। तुहानूं भोली भाली जनता ने करोड़ां रुपए चढ़ा दिते, तुसी परमेश्वर द्वार खोल लिया। परमेश्वर का अर्थ ही दस दिओ। साडे पंजाब दे विच शिव जी नूं परमेश्वर किया गया है। सारे कहते हैं कि सस मेरी पार्वती, सौरा मेरा परमेश्वर। ये तुसी भी सुनिया होगा। ते ये गल्लां जिहड़ियां परमेश्वर द्वार रख के कुछ भी रख लो ना, आखिरकार तुहानूं मनना ही पेगा कि ये सारे शब्द ब्राह्मणों के दिते हुए हैं। ये सारा ज्ञान ब्राह्मणों का दिता होया है। इन्नी लंबी परंपरा जिहड़ी है घट्टो घट्ट 4000 साल की तो है। ब्राह्मणों का विरोध सी बुद्ध धर्म वालियां नाल सी, फिर इस्लाम नाल पिया, फिर मुगलों नाल पिया, फिर अंग्रेज़ों के नाल पिया। हुण अज दे जमाने दे विच ये कामरेड अगे आ गए। वो हिंदुस्तान नूं किसी होर ढंग दे नाल नुकसान नहीं पहुँचा सकते। वो इत्थों दे थिंक टैंक ते हमला करना चाहते हैं ते इस हमले का उन्हां दे कोल इक्को तरीका है कि ब्राह्मणों नूं हमला करके चुप करा दिता जाए। बाकी भारत वाले तो अपने आप ही चुप हो जाएंगे। ये किसी लोहार तरखान ने लड़ाई नहीं लड़नी, ये ब्राह्मण ही लड़नगे ते कामरेडां दी एक नहीं चलन देंगे। ओम